Hello everyone, I am Yogesh from Yes Academy Bathinda. Welcome to our official YouTube channel. ਅੱਜ ਆਪਾਂ ਇੱਥੇ ਜਿਹੜੀ ਫਸਟ ਵੀਡੀਓ ਅਪਲੋਡ ਕਰਨ ਲੱਗੇ ਹਾਂ ਇਹਦਾ ਪਰਪਸ ਹੈ ਕਿ ਆਪਾਂ ਸੋਇਲ ਮਕੈਨਿਕਸ ਦਾ ਫਸਟ ਚੈਪਟਰ ਸਟੱਡੀ ਕਰੀਏ। ਸੋਇਲ ਮਕੈਨਿਕਸ ਅੱਜ ਸਟਾਰਟ ਕਰੀਏ। ਐਜ਼ ਯੂ ਨੋ ਕਿ ਸਿਵਲ ਇੰਜੀਨੀਅਰਿੰਗ ਦੇ ਵਿੱਚ ਜੇ ਤੁਸੀਂ ਕੋਈ ਵੀ ਗਵਰਨਮੈਂਟ ਐਗਜ਼ਾਮ ਦਿੰਦੇ ਹੋ, ਚਾਹੇ ਸੈਂਟਰ ਦਾ ਹੋਵੇ ਚਾਹੇ ਸਟੇਟ ਦਾ ਹੋਵੇ, ਉਹਦੇ ਵਿੱਚ ਸੋਇਲ ਮਕੈਨਿਕਸ ਦੀ ਬਹੁਤ ਵੇਟੇਜ ਹੁੰਦੀ ਹੈ। ਸੋਇਲ ਮਕੈਨਿਕਸ ਇੱਕ ਤਰੀਕੇ ਦੀ ਬੇਸਿਕ ਫਾਊਂਡੇਸ਼ਨ ਲੇ ਕਰਦਾ ਆਪਣੇ ਸਿਵਲ ਇੰਜੀਨੀਅਰਿੰਗ ਦੇ ਲਈ। ਅੱਜ ਆਪਾਂ ਸੋਇਲ ਮਕੈਨਿਕਸ ਸਟਾਰਟ ਕਰਦੇ ਹਾਂ। ਸਬਜੈਕਟ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸਬਜੈਕਟ ਦੇ ਵਰਡਸ ਦਾ ਦੋਨਾਂ ਦਾ ਮਤਲਬ ਸਮਝਦੇ ਹਾਂ ਵੀ ਸੋਇਲ ਦਾ ਕੀ ਮਤਲਬ ਹੁੰਦਾ ਤੇ ਮਕੈਨਿਕਸ ਦਾ ਕੀ ਮਤਲਬ ਹੁੰਦਾ। ਮਕੈਨਿਕਸ ਵਰਡ ਆਪਾਂ ਬਹੁਤ ਥਾਵਾਂ ਤੇ ਪੜ੍ਹ ਚੁੱਕੇ ਹਾਂ, ਜਿਵੇਂ ਫਲੂਇਡ ਮਕੈਨਿਕਸ ਹੋ ਗਿਆ, ਸੋਲਿਡ ਮਕੈਨਿਕਸ ਹੋ ਗਿਆ, ਅਪਲਾਈਡ ਮਕੈਨਿਕਸ ਹੋ ਗਿਆ। ਇਸ ਕੇਸ ਦੇ ਵਿੱਚ ਸੋਇਲ ਮਕੈਨਿਕਸ ਦੇ ਵਿੱਚ ਜਿਹੜਾ ਮਕੈਨਿਕਸ ਵਰਡ ਹੈ, ਇੱਥੇ ਮਕੈਨਿਕਸ ਦਾ ਕੀ ਮਤਲਬ ਹੁੰਦਾ ਹੈ ਵੀ ਜਿਹੜਾ ਵੀ ਇਸ ਮਕੈਨਿਕਸ ਵਰਡ ਦੇ ਮੂਹਰੇ ਸ਼ਬਦ ਲਿਖਿਆ ਹੋਇਆ, ਯਾਨੀ ਕਿ ਇੱਥੇ ਲਿਖਿਆ ਹੋਇਆ ਸੋਇਲ, ਤਾਂ ਉਸ ਮਟੀਰੀਅਲ ਨੂੰ ਪੜ੍ਹਨਾ, ਕੀ ਚੀਜ਼ ਯੂਜ਼ ਕਰਕੇ ਪੜ੍ਹਨਾ, ਆਲ ਦਾ ਲਾਜ਼ ਆਫ ਇੰਜੀਨੀਅਰਿੰਗ, ਸਾਰੇ ਦੇ ਸਾਰੇ ਇੰਜੀਨੀਅਰਿੰਗ ਦੇ ਲਾਜ਼ ਨੂੰ ਯੂਜ਼ ਕਰਨਾ। ਤੇ ਮਕੈਨਿਕਸ ਵਰਡ ਦਾ ਕੀ ਮਤਲਬ ਹੈ, ਜਿਹੜਾ ਸ਼ਬਦ ਮੂਹਰੇ ਲਿਖਿਆ ਹੋਇਆ, ਯਾਨੀ ਕਿ ਇਸ ਕੇਸ 'ਚ ਸੋਇਲ, ਤਾਂ ਸੋਇਲ ਨੂੰ ਪੜ੍ਹਨਾ ਬਾਈ ਅਪਲਾਈਂਗ ਆਲ ਦਾ ਲਾਜ਼ ਆਫ ਇੰਜੀਨੀਅਰਿੰਗ। ਇੰਜੀਨੀਅਰਿੰਗ ਦੇ ਲਾਜ਼ ਕਿਹੜੇ ਹੋ ਗਏ, ਜਿਵੇਂ ਬਰਨੌਲੀਜ਼ ਥਿਊਰਮ ਹੋ ਗਈ, ਨਿਊਟਨਸ ਲਾ ਹੋ ਗਿਆ, ਜਿੰਨੇ ਵੀ ਲਾਅ ਆਪਾਂ ਪੜ੍ਹਦੇ ਹਾਂ ਇੰਜੀਨੀਅਰਿੰਗ 'ਚ, ਸਾਰੇ ਲਾਜ਼ ਨੂੰ ਅਪਲਾਈ ਕਰਕੇ ਉਹਦਾ ਪਰਪਸ ਕੀ ਹੋਊਗਾ, ਟੂ ਚੈੱਕ ਐਪਲੀਕੇਸ਼ਨ, ਉਸ ਪਰਟੀਕੂਲਰ ਮਟੀਰੀਅਲ ਦੀ ਐਪਲੀਕੇਸ਼ਨ ਚੈੱਕ ਕਰਨੀ ਇਨ ਫੀਲਡ ਆਫ ਇੰਜੀਨੀਅਰਿੰਗ। ਇੰਜੀਨੀਅਰਿੰਗ ਦਾ ਫੀਲਡ ਕਿਹੜਾ ਹੋਊਗਾ, ਚਾਹੇ ਕੰਸਟਰਕਸ਼ਨ ਕਰਨ ਲਈ ਹੋ ਗਿਆ, ਕੋਈ ਮਸ਼ੀਨ ਬਣਾਉਣ ਲਈ ਹੋ ਗਿਆ, ਇੱਦਾਂ। ਤਾਂ ਮਕੈਨਿਕਸ ਦਾ ਕੀ ਮਤਲਬ ਹੈ, ਕਿਸੇ ਮਟੀਰੀਅਲ ਨੂੰ ਸਟੱਡੀ ਕਰਨਾ, ਸੱਚ ਦੈਟ ਕਿ ਆਪਾਂ ਉਹਦੀ ਐਪਲੀਕੇਸ਼ਨ ਚੈੱਕ ਕਰੀਏ ਇਨ ਦ ਫੀਲਡ ਆਫ ਇੰਜੀਨੀਅਰਿੰਗ। ਕਲੀਅਰ। ਸੋਇਲ, ਸੋਇਲ ਦਾ ਕੀ ਮਤਲਬ ਹੁੰਦਾ ਹੈ। ਸੋਇਲ ਮਕੈਨਿਕਸ ਜਿਹੜਾ ਸਬਜੈਕਟ ਹੈ, ਸਭ ਤੋਂ ਪਹਿਲਾਂ ਡਾਕਟਰ ਕਾਰਲ ਤਰਜ਼ਾਗੀ ਇਹਦੇ ਬਾਰੇ ਲੈ ਕੇ ਆਏ ਸੀ। ਡਾਕਟਰ ਕਾਰਲ ਤਰਜ਼ਾਗੀ, ਡਾਕਟਰ ਕਾਰਲ ਤਰਜ਼ਾਗੀ ਦਾ ਕੀ ਕਹਿਣਾ ਸੀ ਵੀ ਸੋਇਲ ਨੂੰ ਵੀ ਇੱਕ ਕੰਸਟਰਕਸ਼ਨ ਮਟੀਰੀਅਲ ਵਾਂਗੂ ਪੜ੍ਹਿਆ ਜਾ ਸਕਦਾ ਹੈ। ਡਾਕਟਰ ਕਾਰਲ ਤਰਜ਼ਾਗੀ ਦੇ ਆਉਣ ਤੋਂ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਸੋਇਲ ਨੂੰ ਆਪਾਂ ਐਜ਼ ਅ ਕੰਸਟਰਕਸ਼ਨ ਮਟੀਰੀਅਲ ਪੜ੍ਹ ਸਕਦੇ ਹਾਂ। ਤਾਂ ਡਾਕਟਰ ਕਾਰਲ ਤਰਜ਼ਾਗੀ ਨੇ ਸਭ ਤੋਂ ਪਹਿਲਾਂ ਸੋਇਲ ਨੂੰ ਐਜ਼ ਅ ਕੰਸਟਰਕਸ਼ਨ ਮਟੀਰੀਅਲ ਪੜ੍ਹਨ ਦਾ ਕਨਸੈਪਟ ਲੈ ਕੇ ਆਉਂਦਾ। ਉਹਨਾਂ ਨੇ ਸਭ ਤੋਂ ਪਹਿਲਾਂ ਬੁੱਕ ਲਿਖੀ ਜਿਹਦੀ ਇੰਗਲਿਸ਼ 'ਚ ਟਰਾਂਸਲੇਸ਼ਨ ਸੋਇਲ ਮਕੈਨਿਕਸ ਬਣਦੀ ਸੀ। ਇਸੇ ਲਈ ਡਾਕਟਰ ਕਾਰਲ ਤਰਜ਼ਾਗੀ ਨੂੰ ਫਾਦਰ ਆਫ ਸੋਇਲ ਮਕੈਨਿਕਸ ਵੀ ਬੋਲ ਦਿੰਦੇ ਆ। ਡਾਕਟਰ ਕਾਰਲ ਤਰਜ਼ਾਗੀ ਨੂੰ ਫਾਦਰ ਆਫ ਸੋਇਲ ਮਕੈਨਿਕਸ ਵੀ ਬੋਲ ਦਿੰਦੇ ਆ। ਡਾਕਟਰ ਕਾਰਲ ਤਰਜ਼ਾਗੀ ਨੇ ਸੋਇਲ ਨੂੰ ਕਿਵੇਂ ਡਿਫਾਈਨ ਕੀਤਾ। ਡਾਕਟਰ ਕਾਰਲ ਤਰਜ਼ਾਗੀ ਨੇ ਕੀ ਕਿਹਾ ਵੀ ਸੋਇਲ ਇੱਕ ਸੈਡੀਮੈਂਟਸ ਤੋਂ ਫਾਰਮ ਹੋਇਆ ਮਟੀਰੀਅਲ ਹੈ। ਸੈਡੀਮੈਂਟਸ ਕੀ ਹੁੰਦਾ, ਜਦੋਂ ਆਪਣੀਆਂ ਰੌਕਸ ਟੁੱਟਦੀਆਂ ਨੇ, ਰੌਕਸ ਦੀ ਵੈਦਰਿੰਗ ਹੁੰਦੀ ਹੈ, ਤਾਂ ਰੌਕਸ ਦੇ ਟੁੱਟਣ ਤੋਂ ਬਾਅਦ ਜਿਹੜਾ ਉਹਨਾਂ ਦਾ ਚੂਰਾ ਬਚ ਜਾਂਦਾ ਹੈ, ਫਾਲਤੂ ਮਟੀਰੀਅਲ ਬਚ ਜਾਂਦਾ ਹੈ, ਉਹਨੂੰ ਆਪਾਂ ਸੈਡੀਮੈਂਟਸ ਬੋਲ ਦਿੰਦੇ ਹਾਂ। ਤਾਂ ਡਾਕਟਰ ਕਾਰਲ ਤਰਜ਼ਾਗੀ ਨੇ ਕੀ ਕਿਹਾ ਵੀ ਸੋਇਲ ਕੀ ਹੈ, ਸੈਡੀਮੈਂਟਸ ਤੋਂ ਬਣਿਆ ਹੋਇਆ ਕੋਈ ਮਟੀਰੀਅਲ ਹੈ ਜਿਹੜਾ ਕਿ ਅਨਸੀਮੈਂਟਡ ਹੈ ਤੇ ਅਨਐਗਰੀਗੇਟਡ ਹੈ। ਇਹ ਦੋ ਵਰਡਸ ਆਪਾਂ ਧਿਆਨ 'ਚ ਰੱਖਣੇ ਜਦੋਂ ਵੀ ਆਪਾਂ ਸੋਇਲ ਦੀ ਡੈਫੀਨੇਸ਼ਨ ਕਿਤੇ ਵੀ ਪੜਾਂਗੇ। ਇੱਕ ਤਾਂ ਅਨਸੀਮੈਂਟਡ ਹੈ ਤੇ ਦੂਸਰਾ ਅਨਐਗਰੀਗੇਟਡ ਹੈ। ਅਨਸੀਮੈਂਟਡ ਦਾ ਕੀ ਮਤਲਬ ਹੁੰਦਾ ਹੈ, ਸੀਮੈਂਟ ਕਰਨਾ ਦਾ ਮਤਲਬ ਹੁੰਦਾ ਜੋੜਨਾ, ਕੋਈ ਚੀਜ਼ ਨੂੰ ਉਹਦੇ ਨੀਚੇ ਵਾਲੇ ਸਰਫੇਸ ਨਾਲ ਜੋੜਨਾ, ਉਹਨੂੰ ਆਪਾਂ ਸੀਮੈਂਟ ਕਰਨਾ ਬੋਲ ਦਿੰਦੇ ਹਾਂ। ਤਾਂ ਅਨਸੀਮੈਂਟਡ ਕੀ ਹੁੰਦਾ ਵੀ ਜਿਹੜੇ ਇਹ ਸੈਡੀਮੈਂਟਸ ਹੈ ਇਹ ਆਪਣੇ ਨੀਚੇ ਵਾਲੇ ਸਰਫੇਸ ਦੇ ਨਾਲ ਜੁੜੇ ਵੀ ਨਹੀਂ ਹੈਗੇ, ਇਹ ਜਸਟ ਸਰਫੇਸ ਦੇ ਉੱਪਰ ਪਏ ਹੈ ਪਰ ਸਰਫੇਸ ਨਾਲ ਅਟੈਚਡ ਨਹੀਂ ਹੈਗੇ। ਅਨਸੀਮੈਂਟਡ ਦਾ ਮਤਲਬ। ਅਨਐਗਰੀਗੇਟਡ ਦਾ ਮਤਲਬ, ਐਗਰੀਗੇਟਡ ਦਾ ਮਤਲਬ ਹੁੰਦਾ ਆਪਸ 'ਚ ਜੁੜ ਜਾਣਾ। ਅਨਐਗਰੀਗੇਟਡ ਦਾ ਕੀ ਮਤਲਬ ਹੈ ਵੀ ਜਿਹੜੇ ਇਹ ਸੈਡੀਮੈਂਟਸ ਹੈ ਆਪਸ ਦੇ ਵਿੱਚ ਵੀ ਜੁੜੇ ਵੀ ਨਹੀਂ ਹੈਗੇ, ਯਾਨੀ ਕਿ ਜਿਹੜੀ ਸੋਇਲ ਦੇ ਸੈਡੀਮੈਂਟਸ ਹੈ, ਸੋਇਲ ਦੇ ਜਿਹੜੇ ਪਾਰਟੀਕਲਸ ਹੈ ਉਸ ਅਰਥ ਦੇ ਸਰਫੇਸ ਦੇ ਉੱਪਰ ਐਜ਼ ਸੱਚ ਪਏ ਹੋਏ ਹੈ, ਨਾ ਤਾਂ ਇਹ ਸੈਡੀਮੈਂਟਸ ਆਪਸ 'ਚ ਜੁੜੇ ਹੋਏ ਹੈ ਤੇ ਨਾ ਹੀ ਇਹ ਇਸ ਸਰਫੇਸ ਨਾਲ ਜੁੜੇ ਹੋਏ ਹੈ। ਡਾਕਟਰ ਕਾਰਲ ਤਰਜ਼ਾਗੀ ਨੇ ਕੀ ਕਿਹਾ, soil is a collection of sediments which are formed by weathering of rocks or breaking of rocks and are unaggregated, unaggregated मतलब आपस में नहीं जुड़े हुए, and are unaggregated and uncemented with the surface, surface ਦੇ ਨਾਲ ਵੀ ਜੁੜੇ ਹੋਏ नहीं हैगे।
ਇਹ ਜਿਹੜੀ ਡੈਫੀਨੇਸ਼ਨ ਹੈ ਇਹ ਇੰਜੀਨੀਅਰਿੰਗ ਡੈਫੀਨੇਸ਼ਨ ਹੈ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਇਸ ਤੋਂ ਬਿਨਾਂ ਵੀ ਸੋਇਲ ਦੀਆਂ ਕਈ ਡੈਫੀਨੇਸ਼ਨਸ ਹੁੰਦੀਆਂ ਨੇ, ਜਿਵੇਂ ਕੋਈ ਜਿਹੜੇ ਜੀਓਲੋਜਿਸਟ ਹੈ ਉਹਨਾਂ ਵਾਸਤੇ ਅਲੱਗ ਡੈਫੀਨੇਸ਼ਨ ਹੈ, ਜਿਹੜੇ ਆਪਣੇ ਅਦਰ ਵਰਕ ਵਰਕ ਕਰਨ ਵਾਲੇ ਹੁੰਦੇ ਆ ਜਿਵੇਂ ਐਗਰੀਕਲਚਰਿਸਟ ਹੋ ਗਏ, ਜੀਓਲੋਜਿਸਟ ਹੋ ਗਏ, ਹੋਰ ਜਿੰਨੇ ਵੀ ਸੋਇਲ ਦੀਆਂ ਅਲੱਗ-ਅਲੱਗ ਟਾਈਪਸ ਪੜ੍ਹਦੇ ਨੇ ਸਾਰਿਆਂ ਵਾਸਤੇ ਡੈਫੀਨੇਸ਼ਨ ਅੱਡ ਹੈ। ਐਜ਼ ਐਨ ਇੰਜੀਨੀਅਰ ਆਪਾਂ ਸੋਇਲ ਨੂੰ ਸਟਰੈਂਥ ਕੈਲਕੂਲੇਟ ਕਰਨ ਦੇ ਪਰਪਸ ਨਾਲ ਪੜ੍ਹਾਂਗੇ। ਆਪਣਾ ਪਰਪਸ ਹੋਊਗਾ ਫਾਊਂਡੇਸ਼ਨ ਲੇ ਕਰਨਾ, ਕੰਸਟਰਕਸ਼ਨ ਕਰਨਾ, ਤਾਂ ਆਪਾਂ ਇਹੀ ਵਾਲੀ ਸੋਇਲ ਦੀ ਮੇਨ ਡੈਫੀਨੇਸ਼ਨ ਨੂੰ ਯੂਜ਼ ਕਰਕੇ ਚੱਲਾਂਗੇ। ਹੁਣ ਇਹਦੇ ਵਿੱਚ ਆਪਾਂ ਕੀ ਕਿਹਾ ਵੀ ਸੈਡੀਮੈਂਟਸ ਫਾਰਮ ਕਿੱਥੋਂ ਹੋਏ, ਵੈਦਰਿੰਗ ਆਫ ਰੌਕਸ ਤੋਂ ਜਾਂ ਰੌਕਸ ਦੇ ਟੁੱਟਣ ਤੋਂ। ਜਿਹੜੀ ਇਹ ਵੈਦਰਿੰਗ ਆਫ ਰੌਕਸ ਹੁੰਦੀ ਹੈ ਇਹ ਇੱਕ ਸਾਈਕਲ ਦਾ ਪਾਰਟ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਜੀਓ ਸਾਈਕਲ। ਜੀਓ ਸਾਈਕਲ ਨੂੰ ਡਾਕਟਰ ਕਾਰਲ ਤੇਜ਼ਾਗੀ ਨੇ ਆਪਣੀ ਲੈਂਗੁਏਜ 'ਚ ਕੀ ਨਾਮ ਦਿੱਤਾ ਸੀਗਾ? ਉਹਨਾਂ ਨੇ ਬੋਲਿਆ ਸੀ ਪੈਡੋਜੈਨੇਸਿਸ। ਡਾਕਟਰ ਕਾਰਲ ਤੇਜ਼ਾਗੀ ਨੇ ਇਹਨੂੰ ਪੈਡੋਜੈਨੇਸਿਸ ਨਾਮ ਦਿੱਤਾ ਸੀ। ਦੋਨਾਂ 'ਚ ਕੋਈ ਵੀ ਨਾਮ ਲਿਖਿਆ ਆ ਸਕਦਾ, ਆਪਾਂ ਧਿਆਨ ਦੇਵਾਂਗੇ, ਆਪਣੇ ਦੋਨੇ ਧਿਆਨ 'ਚ ਹੋਣੇ ਚਾਹੀਦੇ ਆ। ਵੈਦਰਿੰਗ ਆਫ ਰੌਕਸ ਦਾ ਕੀ ਮਤਲਬ ਹੈ? ਦੇਖੋ, ਇਸ ਤੋਂ ਪਹਿਲਾਂ ਸਮਝਦੇ ਹਾਂ ਵੀ ਜੀਓ ਸਾਈਕਲ ਕੀ ਹੁੰਦਾ ਹੈ। ਫॉर एग्जांपल ਆ ਕੋਈ ਵੀ ਰੌਕ ਹੈ, ਕੋਈ ਵੀ ਕਿਸ ਤਰ੍ਹਾਂ ਦੀ ਮਾਊਂਟੇਨ ਹੈ, ਕੋਈ ਰੌਕ ਹੈ, ਇਹਦੇ ਉੱਪਰ ਹੁਣ ਡਿਫਰੈਂਟ ਵੈਦਰਿੰਗ ਏਜੰਸੀਜ਼ ਕੰਮ ਕਰ ਰਹੀਆਂ ਨੇ। ਸਨ ਵੀ ਕੰਮ ਕਰ ਰਿਹਾ, ਇਹਦੇ ਉੱਪਰ ਰੇਨ ਵੀ ਹੋ ਰਹੀ ਹੈ, ਇਹਦੇ ਉੱਪਰ ਹੋਰ ਵਿੰਡ ਵੀ ਬਲੋ ਕਰ ਰਹੀ ਹੈ, ਗ੍ਰੈਵਿਟੀ ਵੀ ਆਪਣਾ ਕੰਮ ਕਰ ਰਹੀ ਹੈ। ਤਾਂ ਉਹਦੇ ਕੇਸ 'ਚ ਕੀ ਹੋਊਗਾ? देयर आर चांसेस ਕਿ ਰੌਕ ਦੇ ਵਿੱਚ ਕ੍ਰੈਕਸ ਪੈਣੇ ਸ਼ੁਰੂ ਹੋ ਜਾਣ। ਜਿਵੇਂ ਇਸ ਰੌਕ 'ਚ ਕ੍ਰੈਕਸ ਪੈਣੇ ਸ਼ੁਰੂ ਹੋਣਗੇ ਤਾਂ ਇਹਦਾ ਕੁਝ ਕੁ ਮਾਸ ਇਸ ਰੌਕ ਨਾਲੋਂ ਟੁੱਟ ਕੇ ਅਲੱਗ ਹੋ ਜਾਏਗਾ। ਜਿਵੇਂ ਇਹ ਮਾਸ ਇਸ ਤੋਂ ਅਲੱਗ ਹੋਏਗਾ ਤਾਂ देयर आर चांसेस ਕਿ ਜਾਂ ਤਾਂ ਇਹ ਮਾਸ ਇੱਥੇ ਹੀ ਪਿਆ ਰਵੇ ਇਸੇ ਥਾਂ ਦੇ ਉੱਪਰ, ਜਾਂ ਵਾਟਰ ਥਰੂ, ਵਿੰਡ ਥਰੂ ਆਪਣੀ ਇਹ ਪੋਜੀਸ਼ਨ ਛੱਡ ਕੇ ਕਿਸੇ ਹੋਰ ਥਾਂ ਚਲਾ ਜਾਵੇ। ਲਾਈਕ ਕਿ ਆਪਣੀ ਪੋਜੀਸ਼ਨ ਛੱਡ ਕੇ ਕਿਤੇ ਹੋਰ ਚਲਾ ਗਿਆ, ਯਾਨੀ ਕਿ ਕੀ ਹੋ ਗਿਆ? ਹੁਣ ਟਰਾਂਸਪੋਰਟ ਹੋ ਗਿਆ। ਤਾਂ ਇਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਟਰਾਂਸਪੋਰਟੇਸ਼ਨ। ਟਰਾਂਸਪੋਰਟੇਸ਼ਨ ਹੋ ਗਈ ਸੈਡੀਮੈਂਟ ਦੀ। ਜਿਵੇਂ ਸੈਡੀਮੈਂਟ ਇੱਥੋਂ ਆਪਣੀ ਜਗ੍ਹਾ ਛੱਡ ਕੇ ਕਿਸੇ ਦੂਸਰੀ ਥਾਂ ਤੇ ਚਲਾ ਜਾਏਗਾ ਤਾਂ ਕਿਤੇ ਵੀ ਜਾ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਏਗਾ। ਅਰਥ ਦੇ ਵਿੱਚ ਸੈਡੀਮੈਂਟ ਇੱਕ ਥਾਂ ਤੇ ਡਿੱਗਣਾ ਸ਼ੁਰੂ ਹੋ ਗਿਆ। ਇਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਡੈਪੋਜੀਸ਼ਨ। ਡੈਪੋਜੀਸ਼ਨ। ਹੁਣ ਡੈਪੋਜੀਸ਼ਨ ਤੋਂ ਮਤਲਬ ਕੀ ਹੈ ਕਿ ਜਿਹੜਾ ਇਹ ਸੈਡੀਮੈਂਟ ਹੁਣ ਇੱਕ ਥਾਂ ਤੇ ਜਮ੍ਹਾਂ ਹੋਣ ਲੱਗ ਗਿਆ, ਮਤਲਬ ਹੁਣ ਇਹਨੇ ਕਿਹਦੀ ਸ਼ੇਪ ਲੈਣੀ ਸ਼ੁਰੂ ਕਰਤੀ? ਸੋਇਲ ਦੀ। ਆਹੀ ਜਿਹੜਾ ਸੈਡੀਮੈਂਟ ਆਪਣੀ ਸਾਈਡਾਂ ਤੇ ਪਿਆ ਹੁੰਦਾ, ਸਰਫੇਸ ਤੇ ਪਿਆ ਹੁੰਦਾ, ਇਹਨੂੰ ਹੀ ਆਪਾਂ ਸੋਇਲ ਬੋਲ ਦਿੰਦੇ ਹਾਂ। ਹੁਣ ਇਹਨੇ ਸੋਇਲ ਦੀ ਸ਼ੇਪ ਲੈਣੀ ਸ਼ੁਰੂ ਕਰਤੀ। ਜੇ ਵਾਹਵਾ ਲੰਬੇ ਟਾਈਮ ਤੱਕ ਇੱਕੋ ਥਾਂ ਦੇ ਉੱਪਰ ਡੈਪੋਜੀਸ਼ਨ ਹੋਈ ਜਾਵੇ, ਕੰਟੀਨਿਊਸਲੀ ਹੁੰਦੀ ਰਹੇ, ਤਾਂ ਕੀ ਹੋਊਗਾ? ਜਿਹੜਾ ਆਪਣਾ ਨੀਚੇ ਵਾਲਾ ਸੈਡੀਮੈਂਟ ਹੋਊਗਾ ਉਹ ਸੈਡੀਮੈਂਟ ਉੱਪਰਲੇ ਸੈਡੀਮੈਂਟ ਦੇ ਭਾਰ ਨਾਲ ਦਬਣਾ ਸ਼ੁਰੂ ਹੋ ਜਾਊਗਾ। ਯਾਨੀ ਕਿ ਨੀਚੇ ਵਾਲੇ ਪਾਰਟ ਦੀ ਕੀ ਹੋਣੀ ਸ਼ੁਰੂ ਹੋ ਜੂਗੀ? ਕੰਪੈਕਸ਼ਨ ਹੋਣੀ ਸ਼ੁਰੂ ਹੋ ਜੂਗੀ, ਕੰਪਰੈਸ ਹੋਣਾ ਸ਼ੁਰੂ ਹੋ ਜੂਗਾ। ਕੰਪਰੈਸ ਹੋਣ ਤੋਂ ਬਾਅਦ ਕੀ ਹੋਊਗਾ? ਉਹ ਹਾਰਡ ਹੋ ਜੂਗਾ। ਜਿਵੇਂ ਕੋਈ ਰੌਕ ਹਾਰਡ ਹੁੰਦੀ ਹੈ, ਸਿਮਿਲਰਲੀ ਉਹ ਇੱਕ ਰੌਕ ਦੀ ਸ਼ੇਪ ਲੈ ਲੂਗਾ। ਯਾਨੀ ਕਿ ਇਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਅਪ ਹੀਵਲ। ਅਪ ਹੀਵਲ। ਅਪ ਹੀਵਲ ਦਾ ਮਤਲਬ ਕੀ ਹੁੰਦਾ? ਵੀ ਇੱਕ ਤਰੀਕੇ ਨਾਲ ਆਪਾਂ ਨੂੰ ਇਹ ਲੱਗੂਗਾ ਵੀ ਅਰਥ ਦਾ ਸਰਫੇਸ ਹੀ ਥੋੜਾ ਜਿਹਾ ਉੱਚਾ ਹੋ ਗਿਆ। ਕਿਉਂ ਇਦਾਂ ਲੱਗਿਆ ਆਪਾਂ ਨੂੰ? ਕਿਉਂਕਿ ਜਿਹੜੇ ਇਹ ਸੈਡੀਮੈਂਟਸ ਸੀਗੇ ਇਹਨਾਂ ਨੇ ਨਿਚਲੇ ਸੈਡੀਮੈਂਟਸ ਨੂੰ ਕੰਪਰੈਸ ਕੀਤਾ, ਜਿਹਦੇ ਨਾਲ ਨੀਚੇ ਵਾਲਾ ਸੈਡੀਮੈਂਟ ਵੀ ਇੱਕ ਰੌਕ ਦੀ ਸ਼ੇਪ ਲੈਣ ਲੱਗ ਗਿਆ। ਤੇ ਉਹ ਰੌਕ ਦੀ ਸ਼ੇਪ ਲੈਣ ਲੱਗ ਕਰਕੇ ਆਪਾਂ ਨੂੰ ਕੀ ਲੱਗਿਆ ਵੀ ਸ਼ਾਇਦ ਅਰਥ ਦਾ ਸਰਫੇਸ ਹੀ ਕਿਤੇ ਵੱਡਾ ਹੋ ਗਿਆ, ਜਾਂ ਅਰਥ ਦਾ ਸਰਫੇਸ ਹੀ ਥੋੜਾ ਜਿਹਾ ਉੱਚਾ ਉੱਠ ਗਿਆ। ਤੇ ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਅਪ ਹੀਵਲ। ਕਲੀਅਰ? ਜਦੋਂ ਨੀਚੇ ਵਾਲਾ ਸੈਡੀਮੈਂਟ ਕੰਪਰੈਸ ਹੋ ਕੇ ਫਿਰ ਤੋਂ ਇੱਕ ਛੋਟੀ ਰੌਕ ਦੀ ਸ਼ੇਪ ਲੈ ਲੈਂਦਾ, ਉਸ ਪ੍ਰੋਸੈਸ ਨੂੰ ਕੀ ਬੋਲਦੇ ਆ ਆਪਾਂ? ਅਪ ਹੀਵਲ। ਹੁਣ ਜਿਵੇਂ ਅਪ ਹੀਵਲ ਦਾ ਪ੍ਰੋਸੈਸ ਪੂਰਾ ਹੋਇਆ ਤਾਂ ਅਪ ਹੀਵਲ ਦਾ ਪ੍ਰੋਸੈਸ ਹੁੰਦੇ ਹੀ ਨਾਲ ਦੀ ਨਾਲ ਕੀ ਫਾਰਮ ਹੋ ਗਈ? ਇੱਕ ਰੌਕ ਫਾਰਮ ਹੋ ਗਈ। ਯਾਨੀ ਕਿ ਫਿਰ ਤੋਂ ਹੁਣ ਰੌਕ ਦੇ ਉੱਤੇ ਕਰਨਗੀਆਂ ਵੈਦਰਿੰਗ ਏਜੰਸੀਜ਼ ਕੰਮ ਕਰਨਗੀਆਂ, ਫਿਰ ਤੋਂ ਇਹ ਸਾਈਕਲ ਕੀ ਹੋਊਗਾ? ਰਿਪੀਟ ਹੋਊਗਾ। ਇਸੇ ਸਾਈਕਲ ਨੂੰ ਆਪਾਂ ਕੀ ਬੋਲਦੇ ਆ? ਜੀਓ ਸਾਈਕਲ। ਫਿਰ ਤੋਂ ਜੀਓ ਸਾਈਕਲ ਰਿਪੀਟ ਕਰਨ ਲੱਗੇ। ਸਭ ਤੋਂ ਪਹਿਲਾਂ ਰੌਕ ਦੇ ਉੱਪਰ ਕੁਝ ਵੈਦਰਿੰਗ ਏਜੰਸੀਜ਼ ਨੇ ਕੰਮ ਕੀਤਾ, ਜਿਵੇਂ ਸਨ ਹੋ ਗਿਆ ਜਾਂ ਆਪਣੀ ਵਿੰਡ ਹੋ ਗਈ, ਰੇਨ ਹੋ ਗਈ, ਆਈਸ ਹੋ ਗਈ। ਉਹਨੇ ਇਸ ਰੌਕ ਨੂੰ ਤੋੜਿਆ। ਰੌਕ ਦੇ ਜਿਹੜੇ ਸੈਡੀਮੈਂਟਸ ਪ੍ਰੋਡਿਊਸ ਹੋਏ ਉਹ ਇੱਕ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਤੇ ਟਰਾਂਸਪੋਰਟ ਹੋ ਗਏ। ਟਰਾਂਸਪੋਰਟ ਹੁੰਦੇ ਹੀ ਜਿਹੜੇ ਹੁਣ ਪਾਰਟੀਕਲਸ ਆ ਜਿਵੇਂ ਇੱਕ ਥਾਂ ਤੇ ਜਮ੍ਹਾਂ ਹੋਣੇ ਸ਼ੁਰੂ ਹੋਏ ਤਾਂ ਉਸ ਪ੍ਰੋਸੈਸ ਨੂੰ ਕੀ ਬੋਲਿਆ ਆਪਾਂ? ਡੈਪੋਜੀਸ਼ਨ। ਜਦੋਂ ਜਮ੍ਹਾਂ ਹੁੰਦੇ ਗਏ ਤਾਂ ਕੀ ਹੋ ਗਿਆ? ਇਹਨਾਂ ਨੇ ਨੀਚੇ ਵਾਲੇ ਪਾਰਟੀਕਲਸ ਨੂੰ ਕੰਪਰੈਸ ਕਰਕੇ ਇੱਕ ਮਿੰਨੀ ਰੌਕ ਦੀ ਫਾਰਮ ਦੇਤੀ, ਇੱਕ ਹਾਰਡ ਰੌਕ ਦੀ ਫਾਰਮ ਦੇਤੀ। ਉਸ ਪ੍ਰੋਸੈਸ ਨੂੰ ਕੀ ਬੋਲਿਆ ਆਪਾਂ? ਅਪ ਹੀਵਲ।
अपहीवल होने तो बाद फिर तो एक रॉक फॉर्म होगी तो फिर तो जियो साइकिल की होगा रिपीट होगा। क्लीयर जियो साइकिल सारिਆਂ ਨੂੰ। जियो साइकिल तो बाद ਆਪਾਂ ਹੁਣ ਵੈਦਰਿੰਗ ਆਫ ਰੌਕਸ ਤੇ ਵਾਪਸ ਆਉਂਦੇ ਹਾਂ, ਜਿਹੜਾ ਕਿ ਆਪਣਾ ਇਸ ਨੂੰ ਪੜ੍ਹਨ ਦਾ ਮੇਨ ਪਰਪਸ ਸੀਗਾ ਵੀ ਵੈਦਰਿੰਗ ਆਫ ਰੌਕਸ ਕੀ ਹੁੰਦੀ ਹੈ। ਵੈਦਰਿੰਗ ਦਾ ਮਤਲਬ ਹੁੰਦਾ ਤੋੜਨਾ। ਕਿਸੇ ਵੀ ਮਟੀਰੀਅਲ ਨੂੰ, ਕਿਸੇ ਵੀ ਚੀਜ਼ ਨੂੰ ਆਪਾਂ ਦੋ ਤਰੀਕਿਆਂ ਨਾਲ ਤੋੜ ਸਕਦੇ ਹੁੰਦੇ ਹਾਂ, ਜਾਂ ਤਾਂ ਫਿਜ਼ੀਕਲੀ ਕੋਈ ਫਿਜ਼ੀਕਲ ਮੈਥਡ ਯੂਜ਼ ਕਰੀਏ ਜਾਂ ਕੈਮੀਕਲੀ। ਕੈਮੀਕਲ ਦਾ ਮਤਲਬ ਕੀ ਹੁੰਦਾ, ਆਪਾਂ ਉਹਦੇ ਵਿੱਚ ਕੋਈ ਨਾ ਕੋਈ ਕੈਮੀਕਲ ਇੱਦਾਂ ਦਾ ਐਡ ਕਰ ਦਿੰਦੇ ਹਾਂ ਜਿਹੜਾ ਉਸ ਚੀਜ਼ ਨੂੰ, ਉਸ ਮਟੀਰੀਅਲ ਨੂੰ ਅੰਦਰੋਂ ਕੀ ਕਰ ਦਿੰਦਾ ਹੈ, ਤੋੜ ਦਿੰਦਾ ਹੈ। ਕਲੀਅਰ। ਜਾਂ ਤਾਂ ਫਿਜ਼ੀਕਲੀ, यानी कि वैदरिंग कितने तरह की हो सकती है, दो तरह की, ਜਾਂ ਤਾਂ ਫਿਜ਼ੀਕਲ ਵੈਦਰਿੰਗ ਤੇ ਜਾਂ ਕੈਮੀਕਲ ਵੈਦਰਿੰਗ। ਫਿਜ਼ੀਕਲ ਦੇ ਵਿੱਚ ਆਪਾਂ ਕੋਈ ਫਿਜ਼ੀਕਲ ਮੈਥਡ ਯੂਜ਼ ਕਰਾਂਗੇ, ਕੈਮੀਕਲ ਦੇ ਵਿੱਚ ਆਪਾਂ ਕੋਈ ਕੈਮੀਕਲ ਐਡ ਕਰਾਂਗੇ। ਫਿਜ਼ੀਕਲ ਵੈਦਰਿੰਗ ਦੇ ਵਿੱਚ ਕਿਹੜੇ-ਕਿਹੜੇ ਫੈਕਟਰਸ ਹੋ ਸਕਦੇ ਨੇ, ਜਿਵੇਂ ਆਪਣਾ ਵਾਟਰ ਹੋ ਗਿਆ, ਡਿਊ ਟੂ ਰੇਨਫਾਲ ਵਾਟਰ ਐਕਟ ਕਰੂਗਾ, ਜਾਂ ਆਪਣੀ ਵਿੰਡ ਹੋਗੀ, ਵਿੰਡ ਕੰਟੀਨਿਊਸਲੀ ਬਲੋ ਕਰਦੀ ਰਹਿੰਦੀ ਹੈ, ਜਾਂ ਵਿੰਡ ਉਹਨੂੰ ਤੋੜੇਗੀ, ਜਾਂ ਆਈਸ ਹੋਗੀ, ਤੁਹਾਨੂੰ ਪਤਾ ਹੈ ਸਨੋਫਾਲ ਹੁੰਦਾ, ਸਨੋਫਾਲ ਨਾਲ ਆਈਸ ਟੈਂਪਰੇਚਰ ਚੇਂਜ ਕਰੂਗੀ ਤੁਹਾਨੂੰ ਫਰਕ ਪਊਗਾ, ਆਈਸ ਹੋਗੀ। ਜਾਂ ਆਪਾਂ ਟੈਂਪਰੇਚਰ ਦੀ ਗੱਲ ਹੋਈ ਹੈ, ਕਿਸੇ ਹੋਰ ਰੀਜ਼ਨ ਕਰਕੇ ਵੀ ਉਹਦਾ ਟੈਂਪਰੇਚਰ ਚੇਂਜ ਹੁੰਦਾ ਡਿਊ ਟੂ ਸਨ ਰੇਜ਼ ਲਗਾ ਲਓ ਸਮਥਿੰਗ, ਤਾਂ ਟੈਂਪਰੇਚਰ। ਜਾਂ ਟਰੀ ਰੂਟਸ ਹੋ ਗਈਆਂ, ਤੁਹਾਨੂੰ ਪਤਾ ਜਿਹੜੀਆਂ ਟਰੀ ਰੂਟਸ ਹੁੰਦੀਆਂ ਨੇ ਉਹ ਆਪਣੀ ਰੌਕ ਦੇ ਵਿੱਚ, ਆਪਣੀ ਸੋਇਲ ਦੇ ਵਿੱਚ ਕ੍ਰੈਕਸ ਪਾਉਣੇ ਸ਼ੁਰੂ ਕਰ ਦਿੰਦੀਆਂ ਨੇ, ਜਿਹਦੇ ਕਰਕੇ ਟਰੀ ਰੂਟਸ ਉਹਨੂੰ ਤੋੜਨ ਦੇ ਵਿੱਚ ਕੀ ਕਰਨਗੀਆਂ, ਹੈਲਪ ਕਰਨਗੀਆਂ। ਜੇ ਆਪਾਂ ਕੈਮੀਕਲ ਵਾਲੇ ਪਾਸੇ ਦੇਖੀਏ, ਕੈਮੀਕਲ ਪ੍ਰੋਸੈਸ ਜਾਂ ਕਿਹੜੇ-ਕਿਹੜੇ ਹੋ ਸਕਦੇ ਨੇ, ਆਕਸੀਡੇਸ਼ਨ ਹੋ ਸਕਦੀ ਹੈ। ਆਕਸੀਡੇਸ਼ਨ ਕੀ ਹੁੰਦਾ, ਆਕਸੀਜਨ ਐਡ ਹੋਣੀ। ਆਪਾਂ ਨੂੰ ਪਤਾ ਹੈ ਵੀ 에ਅਰ ਦੇ ਵਿੱਚ ਆਕਸੀਜਨ ਹੁੰਦੀ ਹੈ, ਤਾਂ ਜੇ ਰੌਕ ਦਾ ਕੈਮੀਕਲ ਆਕਸੀਜਨ ਨਾਲ ਰਿਐਕਟ ਕਰਦਾ ਹੈ ਤਾਂ ਚਾਂਸਿਸ ਹੈ ਵੀ ਜਿਹੜੀ ਆਕਸੀਡੇਸ਼ਨ ਦੇ ਪ੍ਰੋਸੈਸ ਨਾਲ ਵੀ ਰੌਕ ਕੀ ਹੋਊਗੀ, ਟੁੱਟ ਸਕੂਗੀ। ਆਕਸੀਡੇਸ਼ਨ ਤੋਂ ਬਿਨਾ ਹੋਰ ਆ ਜਾਂਦਾ ਆਪਣਾ ਰਿਡਕਸ਼ਨ। ਰਿਡਕਸ਼ਨ ਹੁੰਦਾ ਆਕਸੀਜਨ ਰਿਮੂਵ ਹੋਣੀ ਜਾਂ ਹਾਈਡਰੋਜਨ ਐਡ ਹੋਣੀ। ਆਪਾਂ ਨੂੰ ਇਹਨਾਂ ਦੇ ਪ੍ਰੋਸੈਸ ਵਿੱਚ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ। ਰਿਡਕਸ਼ਨ ਤੋਂ ਬਿਨਾ ਹਾਈਡਰੋਲਿਸਿਸ ਐਕਸੈਟਰਾ। ਕੋਈ ਵੀ ਕੈਮੀਕਲ ਪ੍ਰੋਸੈਸ ਹੋ ਗਿਆ ਕਿਸੇ ਵੀ ਤਰ੍ਹਾਂ ਦਾ, ਜੇ ਕੋਈ ਵੀ ਕੈਮੀਕਲ ਪ੍ਰੋਸੈਸ ਹੋ ਗਿਆ ਤਾਂ ਉਹਦੇ ਕਰਕੇ ਰੌਕ ਟੁੱਟ ਗਈ ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਕੈਮੀਕਲ ਵੈਦਰਿੰਗ। ਕਲੀਅਰ। ਇਹਨੂੰ ਜੇ ਆਪਾਂ ਹੋਰ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹ ਕੇ ਦੇਖੀਏ, ਹੁਣ ਜਿਹੜੀ ਫਿਜ਼ੀਕਲ ਵੈਦਰਿੰਗ ਹੈ, ਫਿਜ਼ੀਕਲ ਵੈਦਰਿੰਗ ਦੇ ਵਿੱਚ ਕੋਈ ਵੀ ਕੈਮੀਕਲ ਐਡ ਨਹੀਂ ਹੋਇਆ, ਕੋਈ ਕੈਮੀਕਲ ਰਿਮੂਵ ਨਹੀਂ ਹੋਇਆ, ਤਾਂ ਯਾਨੀ ਕਿ ਜਿਹੜਾ ਫਾਰਮੂਲਾ ਆਪਣਾ ਕੈਮੀਕਲ ਫਾਰਮੂਲਾ ਪੇਰੈਂਟ ਰੌਕ ਦਾ ਹੋਊਗਾ, ਜਿਹੜੀ ਰੌਕ ਤੋਂ ਸੈਡੀਮੈਂਟ ਬਣਿਆ ਹੈ, ਉਹੀ ਕੈਮੀਕਲ ਫਾਰਮੂਲਾ ਉਸ ਸੈਡੀਮੈਂਟ ਦਾ ਵੀ ਹੋਊਗਾ, ਉਸ ਸੋਇਲ ਦਾ ਵੀ ਹੋਊਗਾ। ਯਾਨੀ ਕਿ ਜਿਹੜੀਆਂ ਪ੍ਰੋਪਰਟੀਜ਼ ਹੋਣਗੀਆਂ ਕਿਹਦੀਆਂ, ਇੱਕ ਤਾਂ ਆਪਣੀ ਰੌਕ ਦੀਆਂ, ਜਿਹੜੀ ਰੌਕ ਤੋਂ ਸੋਇਲ ਫਾਰਮ ਹੋਈ ਹੈ, ਐਂਡ ਸੈਡੀਮੈਂਟ will be same। ਜਿਹੜੀਆਂ ਵੀ ਆਪਣੀਆਂ ਪ੍ਰੋਪਰਟੀਜ਼ ਹੋਣਗੀਆਂ ਰੌਕ ਦੀਆਂ ਤੇ ਸੈਡੀਮੈਂਟ ਦੀਆਂ, ਉਹ ਐਗਜ਼ੈਕਟਲੀ ਕੀ ਹੋਣਗੀਆਂ, ਸੇਮ ਹੋਣਗੀਆਂ। ਕਿਉਂ? ਕਿਉਂਕਿ ਕੈਮੀਕਲ ਫਾਰਮੂਲਾ ਦੋਨਾਂ ਦਾ ਕੀ ਹੋਊਗਾ, ਸੇਮ ਹੋਊਗਾ। ਜੇ ਆਪਣੀ ਰੌਕ ਆਇਰਨ ਦੀ ਸੀ ਤਾਂ ਯਾਨੀ ਕਿ ਜਿਹੜਾ ਉਹ ਟੁੱਟਣ ਤੋਂ ਬਾਅਦ ਆਪਣਾ ਸੈਡੀਮੈਂਟ ਬਣਿਆ ਉਹਦੇ ਵਿੱਚ ਵੀ ਕੀ ਹੋਊਗਾ, ਆਇਰਨ ਹੋਊਗਾ। ਕਲੀਅਰ। ਜੇ ਮੈਂ ਕੈਮੀਕਲ ਵਾਲੀ ਸਾਈਡ ਤੇ ਗੱਲ ਕਰਾਂ, ਹੁਣ ਇਹਦੇ ਵਿੱਚ ਕੀ ਹੋਊਗਾ, ਜੇ ਕੋਈ ਇੱਕ ਵੀ ਪ੍ਰੋਸੈਸ ਹੋ ਗਿਆ ਤਾਂ ਉਹਦੇ ਕਰਕੇ ਕੀ ਹੋਊਗਾ, ਕੈਮੀਕਲ ਫਾਰਮੂਲਾ ਚੇਂਜ ਹੋ ਜਾਊਗਾ। ਜਿਵੇਂ ਹੀ ਕੈਮੀਕਲ ਫਾਰਮੂਲਾ ਚੇਂਜ ਹੋਊਗਾ, ਨਾਲ ਦੀ ਨਾਲ ਮੇਰੀ ਰੌਕ ਦੀਆਂ ਪ੍ਰੋਪਰਟੀਜ਼ ਵੀ ਕੀ ਹੋ ਜਾਣਗੀਆਂ, ਚੇਂਜ ਹੋ ਜਾਣਗੀਆਂ। ਯਾਨੀ ਕਿ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਡਿਫਰ ਕਰ ਸਕਦੀਆਂ ਨੇ। ਪ੍ਰੋਪਰਟੀਜ਼ ਆਫ ਰੌਕ ਐਂਡ ਸੈਡੀਮੈਂਟ ਮੇ ਡਿਫਰ। ਜਿਹੜਾ ਆਪਣਾ ਸੈਡੀਮੈਂਟ ਹੋਊਗਾ ਤੇ ਜਿਹੜੀ ਆਪਣੀ ਰੌਕ ਹੋਊਗਾ, ਉਹਨਾਂ ਦੀਆਂ ਪ੍ਰੋਪਰਟੀਜ਼ ਕੀ ਕਰ ਸਕਦੀਆਂ, ਡਿਫਰ ਵੀ ਕਰ ਸਕਦੀਆਂ ਨੇ, ਸੇਮ ਵੀ ਹੋ ਸਕਦੇ ਨੇ। ਡਿਪੈਂਡ ਕਰੂਗਾ ਵੀ ਕਿਹੜਾ ਪ੍ਰੋਸੈਸ ਅਕਰ ਕਰ ਰਿਹਾ ਹੈ। ਕਲੀਅਰ। ਤੀਸਰਾ ਡਿਫਰੈਂਸ ਕੀ ਹੋਊਗਾ, ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਫਿਜ਼ੀਕਲੀ ਤੋੜਦੇ ਹਾਂ ਤਾਂ ਆਪਾਂ ਉਹਨੂੰ ਇੰਨੇ ਬਰੀਕ ਪਾਰਟੀਕਲਸ ਨਹੀਂ ਤੋੜ ਸਕਦੇ ਜਿੰਨਾ ਬਰੀਕ ਆਪਾਂ ਉਹਨੂੰ ਕੈਮੀਕਲੀ ਕਿਸੇ ਚੀਜ਼ ਨੂੰ ਤੋੜਨ ਵੇਲੇ ਤੋੜ ਸਕਦੇ ਹਾਂ। ਜਾਂ ਕੈਮੀਕਲ ਐਡ ਕਰਨ ਵੇਲੇ ਜਦੋਂ ਤੋੜਾਂਗੇ ਤਾਂ ਜਿਹੜੇ ਪਾਰਟੀਕਲਸ ਫਾਰਮ ਹੋਣਗੇ ਉਹ ਬਹੁਤ ਫਾਈਨ ਹੋਣਗੇ ਐਜ਼ ਕੰਪੇਅਰ ਟੂ ਫਿਜ਼ੀਕਲ ਵੈਦਰਿੰਗ ਦੇ ਨਾਲ। ਮਤਲਬ ਜਿਹੜੇ ਪਾਰਟੀਕਲਸ ਫਾਰਮ ਹੋਣਗੇ ਜਾਂ ਜਿਹੜੇ ਸੈਡੀਮੈਂਟਸ ਫਾਰਮ ਹੋਣਗੇ ਉਹਨਾਂ ਦਾ ਸਾਈਜ਼ ਕੀ ਹੋਊਗਾ ਐਜ਼ ਕੰਪੇਅਰ ਟੂ ਕੈਮੀਕਲ ਵੈਦਰਿੰਗ ਕੀ ਹੋਊਗਾ, ਕੋਰਸਰ। ਕੋਰਸਰ ਦਾ ਮਤਲਬ ਸਾਰੇ ਸਮਝਦੇ ਹੋ ਕੀ ਹੁੰਦਾ, ਪਾਰਟੀਕਲ ਦਾ ਸਾਈਜ਼ ਕੀ ਹੋਊਗਾ, ਵੱਡਾ ਹੋਊਗਾ ਐਜ਼ ਕੰਪੇਅਰ ਟੂ ਕਿਹਦੇ ਨਾਲੋਂ, ਕੈਮੀਕਲ ਵੈਦਰਿੰਗ ਦੇ ਨਾਲੋਂ। ਜੇ ਮੈਂ ਇਹਦੇ ਵਿੱਚ ਦੇਖਾਂ ਤਾਂ ਜਿਹੜੇ ਪਾਰਟੀਕਲਸ ਫਾਰਮਡ ਹੋਣਗੇ
ਉਹਨਾਂ ਦਾ ਸਾਈਜ਼ ਕੀ ਹੋਊਗਾ, ਘੱਟ ਹੋਊਗਾ। The particles formed will be finer। ਅਗਲੇ ਚੈਪਟਰ ਦੇ ਵਿੱਚ ਆਪਾਂ ਇਹਨਾਂ ਦੇ ਕਲਾਸੀਫਿਕੇਸ਼ਨਸ ਹੋਰ ਵਧੀਆ ਤਰੀਕੇ ਨਾਲ ਪੜਾਂਗੇ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੋਰਸ ਪਾਰਟੀਕਲਸ ਫਾਰਮ ਹੁੰਦੇ ਨੇ ਉਹਨਾਂ ਦਾ ਸਾਈਜ਼ ਗ੍ਰੇਟਰ ਦੈਨ ਹੁੰਦਾ 75 ਮਾਈਕਰੋਨਸ ਤੋਂ। ਇਹਦੇ ਵਿੱਚ ਜਿਹੜੇ ਫਾਈਨ ਪਾਰਟੀਕਲਸ ਫਾਰਮ ਹੁੰਦੇ ਆ ਉਹਨਾਂ ਦਾ ਸਾਈਜ਼ ਹਮੇਸ਼ਾ ਛੋਟਾ ਹੁੰਦਾ 75 ਮਾਈਕਰੋਨਸ ਤੋਂ। ਕਲੀਅਰ? ਦੁਬਾਰਾ ਇੱਕ ਵਾਰ ਡਿਫਰੈਂਸ ਰਿਵਾਈਜ਼ ਕਰੀਏ ਤਾਂ ਜਿਹੜੇ ਪਾਰਟੀਕਲਸ ਫਾਰਮ ਹੋਣਗੇ ਸਾਈਜ਼ ਵੱਡਾ ਹੋਊਗਾ 75 ਮਾਈਕਰੋਨ ਤੋਂ, ਪਾਰਟੀਕਲਸ ਫਾਰਮ ਹੋਣਗੇ ਸਾਈਜ਼ ਛੋਟਾ ਹੋਊਗਾ। ਪ੍ਰੋਪਰਟੀਜ਼ ਆਫ ਰੌਕ ਐਂਡ ਸੈਡੀਮੈਂਟ ਵਿਲ ਬੀ ਸੇਮ ਹੋਣਗੀਆਂ। ਪ੍ਰੋਪਰਟੀਜ਼ ਆਫ ਰੌਕ ਐਂਡ ਸੈਡੀਮੈਂਟ ਮੇ ਡਿਫਰ, ਅੱਡ ਅੱਡ ਵੀ ਹੋ ਸਕਦੀਆਂ ਨੇ। ਕਿਹੜੀਆਂ ਏਜੰਸੀਜ਼ ਕੰਮ ਕਰਨਗੀਆਂ, ਵਾਟਰ, ਵਿੰਡ, ਆਈਸ, ਟੈਂਪਰੇਚਰ, ਟਰੀ ਰੂਟਸ। ਕਿਹੜੀਆਂ ਏਜੰਸੀਜ਼ ਕੰਮ ਕਰਨਗੀਆਂ, ਆਕਸੀਡੇਸ਼ਨ, ਰਿਡਕਸ਼ਨ, ਹਾਈਡਰੋਲਿਸਿਸ ਐਕਸੈਟਰਾ। ਹੁਣ ਇਸ ਤੋਂ ਬਾਅਦ ਚ ਆਪਣੀ ਸੋਇਲ ਫਾਰਮ ਹੋਗੀ। ਅਗਲਾ ਕੰਮ ਹੋਊਗਾ ਆਪਣਾ ਉਸ ਸੋਇਲ ਨੂੰ ਕਲਾਸੀਫਾਈ ਕਰਨਾ, ਯਾਨੀ ਕਿ ਜਿਹੜੀਆਂ ਆਪਣੀਆਂ ਸੋਇਲ ਫਾਰਮ ਹੋਗੀ ਉਹ ਸੋਇਲ ਦੀਆਂ ਜੇ ਆਪਾਂ ਟਾਈਪਸ ਲਿਖਣੀਆਂ ਹੋਣ ਤਾਂ ਆਪਾਂ ਸੋਇਲ ਨੂੰ ਬੇਸਿਕਲੀ ਦੋ ਟਾਈਪਸ 'ਚ ਕਲਾਸੀਫਾਈ ਕਰ ਸਕਦੇ ਹਾਂ। ਕੋਈ ਵੀ ਸੋਇਲ ਫਾਰਮ ਹੋਈ ਉਹ ਸੋਇਲ ਕੋਲੇ ਦੋ ਚੋਇਸਿਸ ਨੇ, ਜਾਂ ਤਾਂ ਜਿੱਥੇ ਫਾਰਮ ਹੋਈ ਉਸੇ ਜਗ੍ਹਾ ਤੇ ਪਈ ਰਹੇ, ਐਟ ਦ ਪਲੇਸ ਆਫ ਬਰਥ ਹੀ ਟਿਕੀ ਰਹੇ, ਜਾਂ ਆਪਣੀ ਜਗ੍ਹਾ ਨੂੰ ਛੱਡ ਕੇ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਟਰਾਂਸਪੋਰਟ ਹੋ ਜਾਏ। ਜੇ ਤਾਂ ਸੋਇਲ ਜਿਹੜੀ ਜਗ੍ਹਾ ਤੇ ਫਾਰਮ ਹੋਈ ਹੈ ਉਸੇ ਜਗ੍ਹਾ ਤੇ ਪਈ ਹੋਊਗੀ ਤਾਂ ਉਸ ਸੋਇਲ ਨੂੰ ਆਪਾਂ ਬੋਲਦੇ ਹਾਂ ਰੈਜ਼ੀਡਿਊਅਲ ਸੋਇਲ। ਐਗਜ਼ੈਕਟਲੀ ਉਸ ਜਗ੍ਹਾ ਤੇ ਪਈ ਹੈ ਜਿਸ ਜਗ੍ਹਾ ਤੇ ਫਾਰਮ ਹੋਈ, ਤਾਂ ਉਹਨੂੰ ਕੀ ਬੋਲਦਾ ਆਪਾਂ, ਰੈਜ਼ੀਡਿਊਅਲ ਸੋਇਲ। ਸੈਕਿੰਡ ਕਲਾਸੀਫਿਕੇਸ਼ਨ ਹੁੰਦੀ ਹੈ ਆਪਣੀ ਜਗ੍ਹਾ ਛੱਡ ਕੇ ਕਿਸੇ ਦੂਸਰੀ ਜਗ੍ਹਾ ਤੇ ਚਲੀ ਜਾਵੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਟਰਾਂਸਪੋਰਟਡ ਸੋਇਲ। ਜੇ ਸੋਇਲ ਆਪਣੀ ਜਗ੍ਹਾ ਨੂੰ ਛੱਡ ਕੇ ਕਿਸੇ ਦੂਸਰੀ ਜਗ੍ਹਾ ਉੱਪਰ ਚਲੀ ਜਾਊਗੀ ਉਹਨੂੰ ਕੀ ਬੋਲਾਂਗੇ ਆਪਾਂ, ਟਰਾਂਸਪੋਰਟਡ ਸੋਇਲ। ਜਿਹੜੀ ਟਰਾਂਸਪੋਰਟਡ ਸੋਇਲ ਹੁੰਦੀ ਹੈ ਇਹਨੂੰ ਸੈਡੀਮੈਂਟਰੀ ਸੋਇਲ ਵੀ ਬੋਲ ਦਿੰਦੇ ਆ, ਸੈਡੀਮੈਂਟਰੀ ਸੋਇਲ, ਟਰਾਂਸਪੋਰਟਡ ਸੋਇਲ ਨੂੰ। ਜੇ ਮੈਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਾਂ ਤਾਂ ਇਹ ਕਿਸ ਤਰੀਕੇ ਨਾਲ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਹਾਂ। ਰੈਜ਼ੀਡਿਊਅਲ ਸੋਇਲ ਕਿਹੜੀ ਹੋਊਗੀ, ਜਿਵੇਂ ਆ ਕੋਈ ਰੌਕ ਸੀ, ਇਸ ਥਾਂ ਦੇ ਉੱਪਰੋਂ ਸੈਡੀਮੈਂਟ ਬ੍ਰੇਕ ਹੋਇਆ ਤਾਂ ਬਿਲਕੁਲ ਉਸੇ ਜਗ੍ਹਾ ਤੇ ਹੀ ਪਿਆ ਹੈ, ਥੋੜਾ ਬਹੁਤਾ ਨੇੜੇ ਤੇੜੇ, ਤਾਂ ਉਹਨੂੰ ਕੀ ਬੋਲਦਾ ਆਪਾਂ, ਰੈਜ਼ੀਡਿਊਅਲ ਸੋਇਲ। ਆਪਣੀ ਜਗ੍ਹਾ ਉਹਨੇ ਚੇਂਜ ਨਹੀਂ ਕੀਤੀ। ਟਰਾਂਸਪੋਰਟਡ ਸੋਇਲ 'ਚ ਕੀ ਹੋਊਗਾ, ਕੋਈ ਰੌਕ ਦਾ ਇੱਥੇ ਪਾਰਟੀਕਲ ਟੁੱਟੇ, ਇੱਥੇ ਸੈਡੀਮੈਂਟ ਬ੍ਰੇਕ ਹੋਇਆ ਤਾਂ ਉਹ ਕਿਸੇ ਦੂਸਰੀ ਥਾਂ ਦੇ ਉੱਪਰ ਯਾਨੀ ਕਿ ਕਈ ਕਿਲੋਮੀਟਰ ਦੂਰ ਜਾ ਕੇ ਮੈਨੂੰ ਦੇਖਣ ਨੂੰ ਮਿਲ ਰਿਹਾ, ਤਾਂ ਉਹਨੂੰ ਕੀ ਬੋਲ ਦਿੰਦੇ ਆਪਾਂ, ਸੈਡੀਮੈਂਟਰੀ ਸੋਇਲ ਜਾਂ ਟਰਾਂਸਪੋਰਟਡ ਸੋਇਲ। ਕਲੀਅਰ? ਜੇ ਮੈਂ ਸਟਰੈਂਥ ਕੰਪੇਅਰ ਕਰਾਂ ਤਾਂ ਰੈਜ਼ੀਡਿਊਅਲ ਦੀ ਸਟਰੈਂਥ ਡਿਪੈਂਡ ਕਰੂਗੀ ਇਹਦੀ ਡੈਂਸਿਟੀ ਦੇ ਉੱਪਰ। ਰੈਜ਼ੀਡਿਊਅਲ ਸੋਇਲ ਦੀ ਡੈਂਸਿਟੀ ਕੀ ਹੋਊਗੀ, ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਟਰਾਂਸਪੋਰਟਡ ਸੋਇਲ ਨਾਲ। ਆਪਾਂ ਇਹਦੀ ਐਗਜ਼ਾਮਪਲ ਵੀ ਦੇਖੀ ਹੈ, ਜਦੋਂ ਤੁਸੀਂ ਕਿਸੇ ਬੀਚ ਉੱਪਰ ਜਾਂਦੇ ਹੋ ਤਾਂ ਜਿਹੜੀ ਵੀ ਸੋਇਲ ਉੱਥੇ ਪਈ ਹੁੰਦੀ ਉਹ 'ਚ ਪੈਰ ਰੱਖ ਦਿਓ ਤਾਂ ਈਜ਼ੀਲੀ ਵਿੱਚ ਧੱਸ ਜਾਂਦਾ ਹੈ, ਤਾਂ ਉਹ ਸੋਇਲ ਦੀ ਡੈਂਸਿਟੀ ਕੀ ਹੁੰਦੀ ਹੈ, ਘੱਟ ਹੁੰਦੀ ਹੈ, ਉਹ ਲੂਜ਼ ਸੋਇਲ ਹੁੰਦੀ ਹੈ। ਤਾਂ ਇਹਦੇ ਵਿੱਚ ਜਿਹੜੀ ਡੈਂਸਿਟੀ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਪਰ ਜੇ ਮੈਂ ਗੱਲ ਕਰਾਂ ਰੈਜ਼ੀਡਿਊਅਲ ਸੋਇਲ ਦੀ ਡੈਂਸਿਟੀ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਟਰਾਂਸਪੋਰਟਡ ਸੋਇਲ ਨਾਲ। ਜੇ ਆਪਾਂ ਸਟਰੈਂਥ ਦੇਖੀਏ ਤਾਂ ਹੁਣ ਕਿਉਂਕਿ ਇਹਦੀ ਜਿਹੜੀ ਡੈਂਸਿਟੀ ਹੈ ਉਹ ਜ਼ਿਆਦਾ ਸੀ ਤਾਂ ਸਟਰੈਂਥ ਵੀ ਕੀ ਹੋਊਗੀ, ਜ਼ਿਆਦਾ ਹੋਊਗੀ, ਆਬਵੀਅਸ ਜੀ ਗੱਲ ਹੈ। ਤਾਂ ਇਹਦੀ ਸਟਰੈਂਥ ਕੀ ਹੋਊਗੀ, ਘੱਟ ਹੋਊਗੀ। ਜਦੋਂ ਵੀ ਆਪਾਂ ਡੈਜ਼ਰਟ ਦੇ ਵਿੱਚ ਜਾਂਦੇ ਆ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਜਿਹੜੀ ਸੋਇਲ ਹੁੰਦੀ ਹੈ ਈਜ਼ੀਲੀ ਨੀਚੇ ਨੂੰ ਧੱਸ ਰਹੀ ਹੁੰਦੀ ਹੈ, ਤੇ ਇਹਦੀ ਸਟਰੈਂਥ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਟਰਾਂਸਪੋਰਟਡ ਸੋਇਲ ਜਿਹੜੀਆਂ ਵੀ ਹੋਣਗੀਆਂ ਸਾਰਿਆਂ ਦੀ ਸਟਰੈਂਥ ਘੱਟ ਹੋਊਗੀ, ਡੈਂਸਿਟੀ ਘੱਟ ਹੋਊਗੀ। ਰੈਜ਼ੀਡਿਊਅਲ ਸੋਇਲ ਜਿਹੜੀਆਂ ਵੀ ਹੋਣਗੀਆਂ ਸਾਰਿਆਂ ਦੀ ਡੈਂਸਿਟੀ ਵੀ ਜ਼ਿਆਦਾ ਹੋਊਗੀ ਤੇ ਸਟਰੈਂਥ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਕਲੀਅਰ? ਇਹ ਤਾਂ ਸੀਗੀਆਂ ਸੋਇਲ ਦੀਆਂ ਬੇਸਿਕ ਕਲਾਸੀਫਿਕੇਸ਼ਨਸ। ਇਸ ਤੋਂ ਬਿਨਾਂ ਜਿਹੜੀ ਟਰਾਂਸਪੋਰਟਡ ਸੋਇਲ ਹੁੰਦੀ ਹੈ ਇਹਨੂੰ ਆਪਾਂ ਅੱਗੇ ਕਲਾਸੀਫਾਈ ਕਰਦੇ ਹਾਂ ਬੇਸ ਅਪੋਨ ਕਿਹੜੇ ਮੀਡੀਅਮ ਨਾਲ ਇਹ ਟਰਾਂਸਪੋਰਟ ਹੋਈਆਂ ਨੇ। ਤਾਂ ਟਾਈਪਸ ਆਫ ਟਰਾਂਸਪੋਰਟਡ ਸੋਇਲ ਜੇ ਆਪਾਂ ਦੇਖੀਏ ਤਾਂ ਇਹਨੂੰ ਕਲਾਸੀਫਾਈ ਕਰਦੇ ਹਾਂ ਔਨ ਦ ਬੇਸਿਸ ਆਫ ਮੀਡੀਅਮ, ਕਿਹੜੇ ਮੀਡੀਅਮ ਦੇ ਨਾਲ ਇਹ ਟਰਾਂਸਪੋਰਟ ਹੋ ਕੇ ਪਹੁੰਚ ਰਹੀਆਂ ਨੇ। ਸਭ ਤੋਂ ਪਹਿਲਾ ਤੇ ਸਭ ਤੋਂ ਕਾਮਨ ਮੀਡੀਅਮ ਜਿਹੜਾ ਆਪਾਂ ਸਾਰਿਆਂ ਨੇ ਸੁਣਿਆ ਉਹ ਹੈ ਵਾਟਰ। ਵਾਟਰ ਆਪਣੇ ਨਾਲ ਸੋਇਲ ਨੂੰ ਪਿਕ ਕਰਕੇ ਲਿਆਉਂਦਾ ਹੁੰਦਾ ਤਾਂ ਉਹਨੂੰ ਆਪਾਂ ਵਾਟਰ ਨਾਲ ਟਰਾਂਸਪੋਰਟਡ ਸੋਇਲ ਬੋਲ ਦਿੰਦੇ ਹਾਂ। ਵਾਟਰ ਨਾਲ ਟਰਾਂਸਪੋਰਟ ਹੋਣ ਦੇ ਕਿਹੜੇ ਤਰੀਕੇ ਹੁੰਦੇ ਨੇ, ਰਿਵਰ ਦੇ ਵਾਟਰ ਨਾਲ ਆ ਸਕਦੀਆਂ ਨੇ, ਓਸ਼ੀਅਨਸ ਦੇ ਵਾਟਰ ਨਾਲ ਆ ਸਕਦੀਆਂ ਨੇ, ਜਾਂ ਲੇਕਸ ਦੇ ਵਾਟਰ ਨਾਲ ਆ ਸਕਦੀਆਂ ਨੇ। ਇਹੀ ਤਰੀਕੇ ਨੇ ਸੈਡੀਮੈਂਟਸ ਤੋਂ ਪਹੁੰਚਣ ਦੇ। ਕਿਹੜੇ ਤੇ ਰਿਵਰ ਨਾਲ ਜਿਹੜੀ ਟਰਾਂਸਪੋਰਟ ਹੋ ਕੇ ਆਉਂਦੀ ਹੈ ਉਹਨੂੰ ਆਪਾਂ ਬੋਲਦੇ ਆ ਐਲੂਵੀਅਲ ਸੋਇਲ।
ਐਲੂਵੀਅਲ ਸੋਇਲ, ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਐਲੂਵੀਅਲ ਸੋਇਲ ਦਾ ਨਾਮ ਪਹਿਲਾਂ ਵੀ, ਜਿਹਨੂੰ ਆਪਾਂ ਪੰਜਾਬੀ 'ਚ ਦਰਿਆਈ ਮਿੱਟੀ ਬੋਲ ਦਿੰਦੇ ਆ, ਐਲੂਵੀਅਲ ਸੋਇਲ। ਜਿਹੜੀ ਓਸ਼ੀਅਨਸ ਨਾਲ ਟਰਾਂਸਪੋਰਟ ਹੋ ਕੇ ਪਹੁੰਚਦੀ ਹੈ ਉਹਨੂੰ ਬੋਲਦੇ ਆ ਮੈਰੀਨ ਸੋਇਲ। ਮੈਰੀਨ ਤੋਂ ਤੁਹਾਨੂੰ ਕੁਝ ਯਾਦ ਆ ਰਿਹਾ ਹੋਣਾ, ਆਪਣੀ ਨੇਵੀ ਜਿਹੜੇ ਸੋਲਜਰਸ ਉਹਨਾਂ ਨੂੰ ਮੈਰੀਨਸ ਬੋਲ ਦਿੰਦੇ ਹੁੰਦੇ ਆ, ਤਾਂ ਉਹਨੂੰ ਬੋਲਦੇ ਆ ਆਪਾਂ ਮੈਰੀਨ ਸੋਇਲ। ਜਿਹੜੀ ਲੇਕਸ ਤੋਂ ਟਰਾਂਸਪੋਰਟ ਹੋ ਕੇ ਪਹੁੰਚਦੀ ਹੈ ਉਹਨੂੰ ਬੋਲਦੇ ਆ ਲੈਕਿਊਸਟ੍ਰਾਈਨ ਸੋਇਲ। ਲੈਕਿਊਸਟ੍ਰਾਈਨ ਸੋਇਲ, ਇਹਨੂੰ ਯਾਦ ਰੱਖਣ ਦਾ ਤਰੀਕਾ ਹੈ LAK, ਲੈਕਿਊਸਟ੍ਰਾਈਨ, ਦੋਨੇ ਸਿਮਿਲਰ ਜਿਹੇ ਵਰਡ ਹੈ, ਤਾਂ ਲੇਕਸ ਨਾਲ ਟਰਾਂਸਪੋਰਟ ਹੋਊਗਾ ਉਹਨੂੰ ਕੀ ਬੋਲਾਂਗੇ, ਲੈਕਿਊਸਟ੍ਰਾਈਨ ਸੋਇਲ। ਐਲੂਵੀਅਲ ਤੁਹਾਡੇ ਯਾਦ ਰਹਿਣਾ ਚਾਹੀਦਾ, ਆਪਾਂ ਛੋਟੇ ਹੁੰਦੇ ਤੋਂ ਵਰਡ ਯੂਜ਼ ਕਰਦੇ ਆ ਰਹੇ ਹਾਂ। ਮੈਰੀਨ ਯਾਦ ਰਹਿਣਾ ਚਾਹੀਦਾ, ਸਮੁੰਦਰ ਨਾਲ ਲਿੰਕ ਕਰਦਾ ਤਾਂ ਸਮੁੰਦਰ ਵਾਲੀ ਮਿੱਟੀ ਨੂੰ ਆਪਾਂ ਮੈਰੀਨ ਸੋਇਲ ਬੋਲ ਦਿੰਦੇ ਹਾਂ। ਲੈਕਿਊਸਟ੍ਰਾਈਨ ਸੋਇਲ ਲੇਕਸ ਨਾਲ ਲਿੰਕ ਕਰ ਰਿਹਾ ਤਾਂ ਲੇਕਸ ਵਾਲੀ ਸੋਇਲ ਨੂੰ ਕਿਹੜਾ ਬੋਲਾਂਗੇ, ਲੈਕਿਊਸਟ੍ਰਾਈਨ ਸੋਇਲ। ਜਿਹੜੀ ਲੇਕਸ ਦੇ ਨੀਚੇ ਮਿੱਟੀ ਮਿਲਦੀ ਹੈ ਇਹਦੀ ਇੱਕ ਪ੍ਰੋਪਰਟੀ ਹੁੰਦੀ ਹੈ, ਇਹ ਇੱਦਾਂ ਅਲਟਰਨੇਟਿਵ ਪੈਟਰਨਸ 'ਚ ਦੇਖਣ ਨੂੰ ਮਿਲਦੀ ਹੈ, ਲੇਅਰਸ 'ਚ ਦੇਖਣ ਨੂੰ ਮਿਲਦੀ ਹੈ, ਜਿਹਦੇ ਵਿੱਚ ਇੱਕ ਲੇਅਰ ਸਿਲਟ ਦੀ ਹੁੰਦੀ ਹੈ, ਇੱਕ ਲੇਅਰ ਕਲੇ ਦੀ ਹੁੰਦੀ ਹੈ, ਫਿਰ ਸਿਲਟ, ਫਿਰ ਕਲੇ, ਯਾਨੀ ਕਿ ਸਿਲਟ ਕਲੇ ਆਪਾਂ ਨੂੰ ਅਲਟਰਨੇਟਿਵ ਪੈਟਰਨ 'ਚ ਦੇਖਣ ਨੂੰ ਮਿਲਦੀਆਂ ਨੇ। ਜਿਹੜੀ ਸੋਇਲ ਇਸ ਤਰੀਕੇ ਦੇ ਪੈਟਰਨਸ 'ਚ ਦੇਖਣ ਨੂੰ ਮਿਲਦੀ ਹੈ ਉਹਨੂੰ ਬੋਲਦੇ ਆ ਆਪਾਂ ਵਾਵਡ ਕਲੇ। ਵਾਵਡ ਕਲੇ, ਵਾਵਡ ਕਲੇ। ਜੇ ਸਿਲਟ ਕਲੇ ਦਾ ਪੈਟਰਨ ਹੋਊਗਾ ਉਹਨੂੰ ਹੀ ਵਾਵਡ ਕਲੇ ਬੋਲ ਸਕਦੇ ਹਾਂ, ਹੋਰ ਕਿਸੇ ਪੈਟਰਨ ਨੂੰ ਵਾਵਡ ਕਲੇ ਨਹੀਂ ਬੋਲ ਸਕਦੇ। ਕਲੀਅਰ। ਸੈਕਿੰਡ, ਆਪਣੀ ਜਿਹੜੀ ਸੋਇਲ ਹੁੰਦੀ ਹੈ ਟਰਾਂਸਪੋਰਟਡ, 에ਅਰ ਨਾਲ ਟਰਾਂਸਪੋਰਟ ਹੋ ਸਕਦੀ ਹੈ ਜਾਂ ਵਿੰਡ ਨਾਲ ਟਰਾਂਸਪੋਰਟ ਹੋ ਸਕਦੀ ਹੈ। ਜਿਹੜੀ 에ਅਰ ਨਾਲ ਟਰਾਂਸਪੋਰਟ ਹੋ ਕੇ ਪਹੁੰਚਦੀ ਹੈ ਉਹਨੂੰ ਬੋਲਦੇ ਆ ਆਪਾਂ ਏਓਲਾਈਨ ਸੋਇਲ। ਏਓ ਮਤਲਬ 에ਅਰ, ਏਓ ਤੇ 에ਅਰ ਨੂੰ ਲਿੰਕ ਕਰਕੇ ਆਪਾਂ ਯਾਦ ਰੱਖ ਸਕਦੇ ਹਾਂ ਏਓਲਾਈਨ ਸੋਇਲ। ਜਿਹੜੀ 에ਅਰ ਨਾਲ ਟਰਾਂਸਪੋਰਟ ਹੋ ਕੇ ਪਹੁੰਚਦੀ ਹੈ ਸੋਇਲ, ਇਹ ਆਪਾਂ ਨੂੰ ਡੈਜ਼ਰਟਸ ਦੇਖਣ ਨੂੰ ਮਿਲਦੀ ਹੈ। ਜਿਹੜੀ ਇਹ ਸੋਇਲ ਪਹੁੰਚਦੀ ਹੈ ਇਹਦੇ ਵਿੱਚ ਮੋਸਟਲੀ ਦੋ ਤਰ੍ਹਾਂ ਦੇ ਪਾਰਟੀਕਲਸ ਹੁੰਦੇ ਆ, ਜਾਂ ਤਾਂ ਸੈਂਡ ਹੋ ਸਕਦੀ ਹੈ ਤੇ ਜਾਂ ਸਿਲਟ ਹੋ ਸਕਦੀ ਹੈ। ਜਿਹੜੇ ਸੈਂਡ ਵਾਲੇ ਪਾਰਟੀਕਲਸ ਹੁੰਦੇ ਆ ਇਹ ਅਲੱਗ ਤੋਂ ਆਪਣਾ ਹੀਪ ਬਣਾ ਕੇ ਰਹਿੰਦੇ ਨੇ, ਸਿਲਟ ਦੇ ਪਾਰਟੀਕਲਸ ਅਲੱਗ ਤੋਂ ਆਪਣਾ ਹੀਪ ਬਣਾ ਕੇ ਰਹਿੰਦੇ ਨੇ। ਉਹਦਾ ਰੀਜ਼ਨ ਕੀ ਹੈ, 에ਅਰ ਦੇ ਵਿੱਚ ਹੁਣ ਸੈਂਡ ਵੀ ਹੈ ਸਿਲਟ ਵੀ ਹੈ। 에ਅਰ ਜਦੋਂ ਬਲੋ ਕਰੂਗੀ ਤਾਂ ਜਿਹੜੇ ਪਾਰਟੀਕਲ ਦਾ ਸਾਈਜ਼ ਜ਼ਿਆਦਾ ਹੋਊਗਾ ਉਹਨੂੰ ਪਹਿਲਾਂ ਡ੍ਰੌਪ ਕਰ ਦੂਗੀ, ਜਿਹੜੇ ਪਾਰਟੀਕਲ ਦਾ ਸਾਈਜ਼ ਘੱਟ ਹੋਊਗਾ ਉਹਨੂੰ ਬਾਅਦ 'ਚ ਡ੍ਰੌਪ ਕਰੂਗੀ। ਯਾਨੀ ਕਿ ਸੈਂਡ ਵਾਲੇ ਪਾਰਟੀਕਲਸ ਨੂੰ ਸਿੱਟ ਕੇ ਅਲੱਗ ਤੋਂ ਇੱਕ ਹੀਪ ਫਾਰਮ ਕਰ ਦੂਗੀ। ਜਿਹੜਾ ਹੀਪ ਆਫ ਸੈਂਡ ਪਾਰਟੀਕਲਸ ਹੁੰਦਾ ਇਹਨੂੰ ਬੋਲਦੇ ਆ ਸੈਂਡ ਡਿਊਨਸ। ਜਿਹੜਾ ਹੀਪ ਆਫ ਸੈਂਡ ਪਾਰਟੀਕਲਸ ਹੁੰਦਾ ਉਹਨੂੰ ਕੀ ਬੋਲਦੇ ਆ, ਸੈਂਡ ਡਿਊਨਸ। ਜਿਹੜਾ ਹੀਪ ਆਫ ਸਿਲਟ ਪਾਰਟੀਕਲਸ ਹੁੰਦਾ ਇਹਨੂੰ ਬੋਲਦੇ ਆ ਲੂਇਸ। ਨਾਮ ਨੇ ਸਿਰਫ। ਲੂਇਸ ਕੀ ਹੈ, ਹੀਪ ਆਫ ਸਿਲਟ ਪਾਰਟੀਕਲਸ ਹੈ। ਸੈਂਡ ਡਿਊਨਸ ਕੀ ਹੈ, ਹੀਪ ਆਫ ਸੈਂਡ ਪਾਰਟੀਕਲਸ ਹੈ। ਇਹਦੇ ਵਿੱਚ ਜੇ ਆਪਾਂ ਅੱਗੇ ਇਹਨੂੰ ਸਟੱਡੀ ਕਰਨਾ ਸ਼ੁਰੂ ਕਰੀਏ, ਏਓਲਾਈਨ ਸੋਇਲ ਬਾਰੇ ਥੋੜਾ ਜਿਹਾ ਹੋਰ ਡਿਟੇਲ 'ਚ ਦੇਖੀਏ, ਤਾਂ ਜੇ ਕੋਈ ਵੀ ਵਿੰਡ ਇੱਕ ਪਾਸਿਓਂ ਬਲੋ ਕਰ ਰਹੀ ਹੈ, ਪਹਿਲੀ ਗੱਲ ਤਾਂ ਜਿਹੜੇ ਪਾਸਿਓਂ ਵਿੰਡ ਆ ਰਹੀ ਹੁੰਦੀ ਹੈ ਉਸ ਸਾਈਡ ਨੂੰ ਆਪਾਂ ਬੋਲਦੇ ਹਾਂ ਵਿੰਡ ਵਾਰਡ ਸਾਈਡ। ਜਿਹੜੇ ਪਾਸਿਓਂ ਵਿੰਡ ਆ ਰਹੀ ਹੁੰਦੀ ਹੈ ਉਸ ਸਾਈਡ ਨੂੰ ਕੀ ਬੋਲਦੇ ਆ ਆਪਾਂ, ਵਿੰਡ ਵਾਰਡ ਸਾਈਡ। ਇਹਦੇ ਵਿੱਚੋਂ ਜਦੋਂ ਵਿੰਡ ਆ ਰਹੀ ਹੈ ਤਾਂ ਵਿੰਡ ਆਪਣੇ ਨਾਲ ਪਾਰਟੀਕਲਸ ਲੈ ਕੇ ਆ ਰਹੀ ਹੈ, ਸੈਂਡ ਦੇ ਹੋ ਸਕਦੇ ਆ, ਸਿਲਟ ਦੇ ਹੋ ਸਕਦੇ ਆ। ਤਾਂ ਉਹ ਕੀ ਕਰੂਗਾ ਨਾ, ਪਾਰਟੀਕਲਸ ਨੂੰ ਡਿਪੋਜ਼ਿਟ ਕਰਦੀ ਚਲੀ ਜਾਊਗੀ, ਲਾਈਕ ਦਿਸ। ਡਿਪੋਜ਼ਿਟ ਕਰਦੀ ਚਲੀ ਗਈ। ਜਿਵੇਂ ਡਿਪੋਜ਼ਿਟ ਕਰਦੀ ਚਲੀ ਗਈ, ਇੱਕ ਪੁਆਇੰਟ ਇਹੋ ਜਾਊਗਾ ਜਿੱਥੇ ਉਹਦੇ ਕੋਲ ਪਾਰਟੀਕਲਸ ਕੀ ਹੋ ਜਾਣਗੇ, ਖਤਮ ਹੋ ਜਾਣਗੇ। ਉਸ ਤੋਂ ਬਾਅਦ ਜੋ ਵੀ ਕਰੂਗੀ ਸਡਨਲੀ ਸਿੱਧਾ ਨਿਕਲ ਜੂਗੀ, ਯਾਨੀ ਕਿ ਜਿਹੜੇ ਪਾਸੇ ਦਾ ਵਿੰਡ ਆ ਰਹੀ ਹੋਊਗੀ ਉਧਰਲੇ ਪਾਸੇ ਪਾਰਟੀਕਲਸ ਦੇ ਡਿਪੋਜ਼ਿਟ ਹੋਣਗੇ, ਮੈਨੂੰ ਇੱਕ ਸਲੋਪ ਦੇਖਣ ਨੂੰ ਮਿਲੂਗੀ। ਦੂਸਰੀ ਸਾਈਡ ਦੇ ਉੱਪਰ ਕੋਈ ਪਾਰਟੀਕਲਸ ਨਹੀਂ ਹੋਣੇ ਕਿਉਂਕਿ ਉਦੋਂ ਤੱਕ 에ਅਰ ਖਾਲੀ ਹੋ ਚੁੱਕੀ ਹੈ। ਤਾਂ ਜਿਹੜੀ ਆਪੋਜ਼ਿਟ ਟੂ ਵਿੰਡ ਵਾਲੀ ਸਾਈਡ ਹੋਊਗੀ, ਜਿਹਨੂੰ ਆਪਾਂ ਲੀਵਾਰਡ ਸਾਈਡ ਬੋਲਦੇ ਹਾਂ, ਲੀਵਾਰਡ ਸਾਈਡ, ਆਪੋਜ਼ਿਟ ਟੂ ਵਿੰਡ ਡਾਇਰੈਕਸ਼ਨ, ਉਸ ਸਾਈਡ ਦੇ ਉੱਤੇ ਆਪਾਂ ਨੂੰ ਇੱਕ ਸਟੀਪ ਸਲੋਪ ਦੇਖਣ ਨੂੰ ਮਿਲੂਗੀ। ਸਟੀਪ ਮਤਲਬ ਸਡਨ ਸਲੋਪ। ਵਿੰਡਵਾਰਡ ਸਾਈਡ ਦੇ ਉੱਤੇ ਆਪਾਂ ਨੂੰ ਇੱਕ ਯੂਨੀਫਾਰਮ ਤੇ ਜੈਂਟਲ ਜੀ ਸਲੋਪ ਦੇਖਣ ਨੂੰ ਮਿਲੂਗੀ, ਯਾਨੀ ਕਿ ਕੀ ਕਹਿ ਸਕਦੇ ਹਾਂ ਆਪਾਂ, ਜੈਂਟਲ ਸਲੋਪ। ਸਲੋਪ ਕੀ ਹੋਊਗੀ, ਬਹੁਤ ਜੈਂਟਲ ਹੋਊਗੀ, ਆਰਾਮ ਨਾਲ ਵਧ ਰਹੀ ਹੋਊਗੀ ਸਲੋਪ। ਜੈਂਟਲ ਸਲੋਪ, ਇਧਰਲੇ ਪਾਸੇ ਕੀ ਹੋਊਗੀ, ਸਟੀਪ ਸਲੋਪ। ਕਿਹੜੀ ਸਾਈਡ ਤੇ, ਵਿੰਡਵਾਰਡ ਸਾਈਡ ਤੇ। ਇਹ ਕੇਸ ਸਿਰਫ ਕਿਹਦੇ ਕੇਸ 'ਚ ਵੈਲਿਡ ਹੈ, ਏਓਲਾਈਨ ਸੋਇਲ ਦੇ ਕੇਸ 'ਚ ਵੈਲਿਡ ਹੈ, ਚਾਹੇ ਸੈਂਡ ਡਿਊਨਸ ਹੋਣ ਚਾਹੇ ਲੂਇਸ ਹੋਣ। ਕਲੀਅਰ। ਏਓਲਾਈਨ ਸੋਇਲ ਦੇਖਣ ਨੂੰ ਕਿੱਥੇ ਮਿਲਦੀ ਹੈ, ਡੈਜ਼ਰਟਸ 'ਚ।
क्लीयर होया एवलाइन सॉइल वाला केस। मूव करते हैं अपने नैक्सट मीडियम के उपर जिहड़ा कि है आइस। आइस ट्रांसपोर्टेड सॉइल्स किहड़ियां हुंदियां ने? हुण आइस नाल जिहड़ी सॉइल ट्रांसपोर्ट होकर पहुंचूगी। तुहानूं पता है भी आइस आपां नूं मोस्टली कित्थे देखण नूं मिलदी है? ग्लेशियर्स। तो जिहड़ी सॉइल ग्लेशियर्स च पाई जाती है उन्होंने बोलते हैं आपां ग्लेशियल ड्रिफ्ट। ग्लेशियल ड्रिफ्ट क्लीयर। ग्लेशियल ड्रिफ्ट जिहड़ी सॉइल हुंदी है जे इहदा कोई हीप होवे, हीप मतलब ढेर, हीप ऑफ ग्लेशियल ड्रिफ्ट नूं आपां बोलते हैं टिल। टिल हीप ऑफ ग्लेशियल ड्रिफ्ट नूं की बोलते हैं आपां? टिल। तो मतलब कि जे टिल भी पुछण किहड़ी ट्रांसपोर्टेड सॉइल है तो आंसर की आऊगा? टिल इज आइस ट्रांसपोर्टेड सॉइल। आइस तो बाद जिहड़ा लास्ट आपां मीडियम पढ़ना हुंदा ट्रांसपोर्ट दा वो हुंदा ग्रेविटी। ग्रेविटी जिहड़ी ट्रांसपोर्टेड सॉइल हुंदी है इहनूं आपां टैलस बोलदे हुंदे हैं। टैलस। कई राइटर्स इहनूं कोलूवियल सॉइल भी बोलते हैं। कोलूवियल सॉइल किवें ट्रांसपोर्ट होगी ग्रेविटी दे नाल? देखो जिवें आ कोई भी एक रॉक है, अगर नाल कोई दूसरी रॉक है या माउंटेन है तो इधरों जिहड़ा भी कोई सैडीमेंट टुटूगा या इत्थों कोई सैडीमेंट टुटूगा तो ऑटोमैटिकली आके इस वैली दे विच जमा हो जाऊगा। पर उहदे ट्रांसपोर्ट होने का रीजन की है? ग्रेविटी। ग्रेविटी के करके वो नीचे नूं पहुंच रहा है। तो इस पोर्शन नूं आपां की बोलते हुंदे हैं? वैली। यानी कि ग्रेविटी ट्रांसपोर्टेड सॉइल होगी, टैलस होगी, हमेशा कित्थे देखने को मिलूगी? वैली दे विच देखने को मिलूगी। इत्थे आपां नूं की देखने को मिल रहा है? टैलस। किहड़ी थां दे उपर? वैली दे उपर। ये सी अपने ट्रांसपोर्टेड सॉइल्स। ਜਿਹੜੀਆਂ ਇਹ ट्रांसपोर्टेड सॉइल्स ਹੁੰਦੀਆਂ ਨੇ ਸਾਰਿਆਂ ਦੀ ਇੱਕ ਪ੍ਰੋਪਰਟੀ ਕਾਮਨ ਹੁੰਦੀ ਹੈ, ਸਾਰਿਆਂ ਦੀ ਸਟਰੈਂਥ ਬਹੁਤ ਘੱਟ ਹੁੰਦੀ ਹੈ। ਇਹਨਾਂ ਦੇ ਉੱਪਰ ਜੇ ਆਪਾਂ ਕੋਈ ਕੰਸਟਰਕਸ਼ਨ ਕਰਨੀ ਹੈ, ਕੋਈ ਹੈਵੀ ਲੋਡ ਵਾਲੀ ਬਿਲਡਿੰਗ ਖੜੀ ਕਰਨੀ ਹੈ ਤਾਂ ਉਹਦੇ ਕੇਸ 'ਚ ਆਪਾਂ ਨੂੰ ਪਹਿਲਾਂ ਇਹਨੂੰ ਟਰੀਟ ਕਰਨਾ ਪਊਗਾ। ਟਰੀਟ ਕਰਨ ਤੋਂ ਮਤਲਬ ਕੀ ਹੋ ਗਿਆ? ਇਹਦੀ ਜਿਹੜੀ ਲੋਡ ਬੀਅਰਿੰਗ ਸਟਰੈਂਥ ਉਹਨੂੰ ਇੰਪਰੂਵ ਕਰਨਾ ਪਊਗਾ। ਲੋਡ ਬੀਅਰਿੰਗ ਸਟਰੈਂਥ ਨੂੰ ਇੰਪਰੂਵ ਕਰਨ ਤੋਂ ਬਾਅਦ ਹੀ ਆਪਾਂ ਇਹਨਾਂ ਦੇ ਉੱਪਰ ਕੋਈ ਕੰਸਟਰਕਸ਼ਨ ਪ੍ਰੋਸੈਸ ਕੰਟੀਨਿਊ ਕਰਵਾ ਸਕਦੇ ਹਾਂ। ਕਲੀਅਰ। ਤਾਂ ਇਹ ਸੀਗੀਆਂ ਆਪਣੀਆਂ ਟਾਈਪਸ ਆਫ ਸੋਇਲਸ। इस तो बाद आप नैक्सट लैक्चर कंटिन्यू करांगे पार्ट 2 दे विच सॉइल दे। उहदे विच आपां इह पढ़ांगे भी इस तो बिना किहड़ियां होर टाइप्स ऑफ सॉइल हुंदियां, एक्सैप्शनल सॉइल्स किहड़ियां हुंदियां ने। ते नाल ही आपां अगला चैप्टर है जिहड़ा अपना प्रॉपर्टीज़ ऑफ सॉइल नूं शुरू करांगे। मोस्टली जिहड़े न्यूमैरिकल क्वेश्चनस हुंदे प्रॉपर्टीज़ ऑफ सॉइल चों देखण नूं मिलदे ने। इस चैप्टर दे विचों आपां नूं थ्योरेटिकल क्वेश्चन देखण नूं मिलणगे हरेक पेपर दे विच। क्लीयर। जिन्होंने ये इस चैनल को सबसक्राइब नहीं किया, चैनल को सबसक्राइब कर लो। कंटीन्यूसली अपने वीडियोज़ ऐड होंदियां रहणगियां। जिहड़े अपने टैस्ट अपलोड होंदे ने वो टैलीग्राम चैनल एंड WhatsApp ग्रुप दे विच अपलोड होंदे ने, जिहदा लिंक डिस्क्रिप्शन च दिता होया, उत्थों तुसीं लिंक पिक कर सकते हो। नाल ही जे कोई भी प्रॉब्लम आवे, कोई भी प्रॉब्लम आ रही है, वीडियो दे विच कोई प्रॉब्लम आ रही है तो तुसीं उहनूं नीचे कॉमेंट्स दे विच मैंशन कर सकते हो। तुहाडी प्रॉब्लम सॉल्व करन दा पूरा प्रयास किया जाऊगा। सी बेस्ट ऑफ लक तुहानूं तुहाडे एग्जाम्स दे लई। थैंक यू वेरी मच।